ਹਿਜ਼ਕੀਏਲ ਨਬੀ ਦੀ ਕਿਤਾਬ। ਪਹਿਲੀ ਵੀਡੀਓ ਵਿੱਚ ਸਾਡੀ ਹਿਜ਼ਕੀਏਲ ਜਾਜਕ ਨਾਲ ਜਾਣ ਪਛਾਣ ਕਰਾਈ ਗਈ ਸੀ। ਉਹ ਬਾਬਲ ਵਿੱਚ ਗੁਲਾਮਾਂ ਨਾਲ ਬੈਠਾ ਹੈ ਅਤੇ ਉਸ ਦਾ ਪਰਮੇਸ਼ਵਰ ਦੀ ਹੈਕਲ ਦੀ ਹਜ਼ੂਰੀ ਦੇ ਪ੍ਰਤਾਪ ਨਾਲ ਸਾਹਮਣਾ ਹੋਇਆ, ਪਰ ਇਹ ਉਸ ਨੂੰ ਬਾਬਲ ਵਿੱਚ ਦਿਖਾਈ ਦੇ ਰਿਹਾ ਹੈ। ਫਿਰ ਹਿਜ਼ਕੀਏਲ ਨੂੰ ਪਤਾ ਲੱਗਾ ਕਿ ਅਜਿਹਾ ਕਿਉਂ ਹੈ। ਇਹ ਇਸ ਲਈ ਹੈ ਕਿਉਂਕਿ ਇਸਰਾਇਲ ਦੀ ਮੂਰਤੀ ਪੂਜਾ ਅਤੇ ਬੇਇਨਸਾਫੀ ਨੇ ਪਰਮੇਸ਼ਵਰ ਨੂੰ ਆਪਣੀ ਹੈਕਲ ਨੂੰ ਛੱਡਣ ਲਈ ਮਜਬੂਰ ਕੀਤਾ, ਅਤੇ ਜਦੋਂ ਕਿ ਭਵਿੱਖ ਲਈ ਅਜੇ ਵੀ ਆਸ ਹੈ। ਹਿਜ਼ਕੀਏਲ ਦੀ ਕਿਤਾਬ ਪਰਮੇਸ਼ਵਰ ਦੇ ਨਿਆਂ ਦੇ ਸੰਦੇਸ਼ ਨੂੰ ਅੱਗੇ ਲੈ ਕੇ ਚੱਲਦੀ ਹੈ, ਪਹਿਲਾਂ ਇਸਰਾਇਲ ਦੇ ਲਈ ਅਤੇ ਫਿਰ ਇਸਰਾਇਲ ਦੇ ਆਲੇ ਦੁਆਲੇ ਦੀਆਂ ਕੌਮਾਂ ਲਈ। ਅਤੇ ਫਿਰ ਅਧਿਆਇ 33 ਵਿੱਚ ਇੱਕ ਮਹੱਤਵਪੂਰਨ ਘਟਨਾ ਵਾਪਰੀ। ਹਿਜ਼ਕੀਏਲ ਨੂੰ ਇੱਕ ਖਬਰ ਮਿਲੀ ਕਿ ਯਰੂਸ਼ਲਮ ਦੀ ਬਾਬਲੀ ਘੇਰਾਬੰਦੀ ਖਤਮ ਹੋ ਗਈ ਹੈ, ਕਿਉਂਕਿ ਸ਼ਹਿਰ ਡਿੱਗ ਗਿਆ ਹੈ, ਹੈਕਲ ਤਬਾਹ ਹੋ ਗਈ ਹੈ। ਹਿਜ਼ਕੀਏਲ ਦੀ ਚੇਤਾਵਨੀ ਭਰੇ ਸ਼ਬਦ ਸੱਚ ਹੋ ਗਏ ਹਨ। ਇਸਰਾਇਲ ਦੇ ਨਾਲ ਵਾਪਰਨ ਵਾਲੀਆਂ ਘਟਨਾਵਾਂ ਵਿੱਚੋਂ ਅਸੀਰੀ ਸਭ ਤੋਂ ਭਿਆਨਕ ਤਬਾਹੀ ਸੀ, ਅਤੇ ਇਸ ਨੇ ਵੱਡੇ ਸਵਾਲ ਖੜੇ ਕੀਤੇ ਕਿ ਕੀ ਪਰਮੇਸ਼ਵਰ ਨੇ ਇਸਰਾਇਲ ਨਾਲ ਭਲਾਈ ਕਰਨੀ ਛੱਡ ਦਿੱਤੀ ਹੈ। ਪਰ ਯਾਦ ਰੱਖੋ, ਅਧਿਆਇ 11 ਦੇ ਅੰਤ ਵਿੱਚ ਪਰਮੇਸ਼ਵਰ ਨੇ ਵਾਅਦਾ ਕੀਤਾ ਸੀ ਕਿ ਇਸਰਾਇਲ ਲਈ ਅਸੀਰੀ ਤੋਂ ਪਰੇ ਇੱਕ ਭਵਿੱਖ ਅਜੇ ਵੀ ਸੀ। ਇਸ ਲਈ ਬਾਕੀ ਦੀ ਕਿਤਾਬ ਦੀ ਰਚਨਾ ਹਿਜ਼ਕੀਏਲ ਦੇ ਗਹਿਰੇ ਆਸ ਦੇ ਦਰਸ਼ਨ ਦੀ ਪੜਚੋਲ ਲਈ ਕੀਤੀ ਗਈ ਹੈ, ਪਹਿਲੇ ਇਸਰਾਇਲ ਲਈ, ਫਿਰ ਕੌਮਾਂ ਲਈ ਅਤੇ ਫਿਰ ਸਾਰੀ ਸ੍ਰਿਸ਼ਟੀ ਲਈ। ਇਸਰਾਇਲ ਲਈ ਆਸ ਪਰਮੇਸ਼ਵਰ ਦੁਆਰਾ ਇੱਕ ਨਵੇਂ ਦਾਊਦ, ਇੱਕ ਭਵਿੱਖ ਦੇ ਮਸੀਹੀ ਰਾਜੇ ਦਾ ਵਾਅਦਾ ਕਰਨ ਨਾਲ ਸ਼ੁਰੂ ਹੁੰਦੀ ਹੈ, ਜੋ ਉਸ ਕਿਸਮ ਦਾ ਆਗੂ ਬਣਨ ਜਾ ਰਿਹਾ ਹੈ ਜਿਸ ਦੀ ਇਸਰਾਇਲ ਨੂੰ ਲੋੜ ਸੀ ਪਰ ਕਦੇ ਨਹੀਂ ਮਿਲਿਆ। ਅਤੇ ਇਹ ਨਵਾਂ ਇਸਰਾਇਲ ਜੋ ਮਸੀਹੀ ਰਾਜੇ ਦੇ ਰਾਜ ਅਧੀਨ ਆਉਣ ਵਾਲਾ ਹੈ, ਇੱਕ ਤਬਦੀਲ ਹੋਏ ਲੋਕ ਹੋਣਗੇ। ਪਰਮੇਸ਼ਵਰ ਉਹਨਾਂ ਨੂੰ ਨਵੇਂ ਦਿਲ ਦੇ ਕੇ ਉਹਨਾਂ ਦੀ ਬਗਾਵਤ ਦੀ ਸਮੱਸਿਆ ਦਾ ਹੱਲ ਕਰਨ ਜਾ ਰਿਹਾ ਹੈ। ਇਹ ਠੀਕ ਉਸੇ ਤਰ੍ਹਾਂ ਹੈ ਜਿਵੇਂ ਮੂਸਾ ਨੇ ਬਿਵਸਥਾ ਦੀ ਕਿਤਾਬ ਦੇ ਅੰਤ ਵਿੱਚ ਵਾਅਦਾ ਕੀਤਾ ਸੀ। ਪਰਮੇਸ਼ਵਰ ਆਖਦਾ ਹੈ ਕਿ ਉਹ ਉਹਨਾਂ ਦੇ ਕਠੋਰ ਦਿਲ ਨੂੰ ਹਟਾਉਣ ਜਾ ਰਿਹਾ ਹੈ ਅਤੇ ਆਪਣਾ ਪਵਿੱਤਰ ਆਤਮਾ ਲੋਕਾਂ ਵਿੱਚ ਭੇਜਣ ਜਾ ਰਿਹਾ ਹੈ, ਤਾਂ ਜੋ ਉਹਨਾਂ ਨੂੰ ਨਵੇਂ ਨਰਮ ਦਿਲ ਦਿੱਤੇ ਜਾ ਸਕਣ, ਜੋ ਉਹ ਆਪਣੇ ਪਰਮੇਸ਼ਵਰ ਨੂੰ ਪਿਆਰ ਅਤੇ ਉਸ ਦੀ ਆਗਿਆ ਪਾਲਣ ਕਰ ਸਕਣ। ਅਤੇ ਇਹ ਵਿਚਾਰ ਅਗਲੇ ਅਜੀਬ ਦਰਸ਼ਨ ਵਿੱਚ ਵਿਕਸਿਤ ਹੋ ਜਾਂਦਾ ਹੈ। ਹਿਜ਼ਕੀਏਲ ਇੱਕ ਸੁੱਕੀ ਮਨੁੱਖੀ ਹੱਡੀਆਂ ਅਤੇ ਪਿੰਜਰਾਂ ਨਾਲ ਭਰੀ ਵੱਡੀ ਵਾਦੀ ਨੂੰ ਵੇਖਦਾ ਹੈ, ਅਤੇ ਪਰਮੇਸ਼ਵਰ ਉਸ ਨੂੰ ਦੱਸਦਾ ਹੈ ਕਿ ਇਹ ਇਸਰਾਇਲ ਦੀ ਆਤਮਕ ਹਾਲਾਤ ਲਈ ਇੱਕ ਚਿੱਤਰ ਅਤੇ ਰੂਪਕ ਹੈ। ਪਰਮੇਸ਼ਵਰ ਦੇ ਵਿਰੁੱਧ ਉਹਨਾਂ ਦੀ ਬਗਾਵਤ ਦੇ ਨਤੀਜੇ ਵਜੋਂ ਗੁਲਾਮੀ ਅਤੇ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ, ਪਰ ਇਹ ਉਹਨਾਂ ਦੇ ਨੇਮ ਦੇ ਰਿਸ਼ਤੇ ਦੀ ਇੱਕ ਪ੍ਰਤੀਕਾਤਮਕ ਮੌਤ ਵੀ ਸੀ। ਪਰਮੇਸ਼ਵਰ ਨੇ ਹਿਜ਼ਕੀਏਲ ਨੂੰ ਦੱਸਿਆ ਕਿ ਉਸ ਦਾ ਆਤਮਾ ਉਸ ਦੇ ਲੋਕਾਂ ਨੂੰ ਦੁਬਾਰਾ ਜੀਵਨ ਦੇਣ ਲਈ ਆ ਰਿਹਾ ਹੈ, ਅਤੇ ਇਸ ਲਈ ਇਹ ਪ੍ਰਚੰਡ ਹਵਾ ਆਉਂਦੀ ਹੈ ਅਤੇ ਇਸ ਨਾਲ ਸਾਰੀਆਂ ਹੱਡੀਆਂ ਖੜੀਆਂ ਹੋ ਜਾਂਦੀਆਂ ਹਨ, ਅਤੇ ਇਹ ਉਹਨਾਂ ਨੂੰ ਸਾਹ ਅਤੇ ਜੀਵਨ ਨਾਲ ਭਰ ਦਿੰਦੀ ਹੈ। ਅਤੇ ਫਿਰ ਹੱਡੀਆਂ ਉੱਤੇ ਮਾਸ ਚੜ੍ਹ ਆਇਆ, ਅਤੇ ਫਿਰ ਅਚਾਨਕ ਹਿਜ਼ਕੀਏਲ ਨੇ ਇਹਨਾਂ ਸਾਰੇ ਨਵੇਂ ਮਨੁੱਖਾਂ ਨੂੰ ਆਪਣੇ ਸਾਹਮਣੇ ਖੜੇ ਦੇਖਿਆ। ਹੁਣ ਇਹ ਦਰਸ਼ਨ ਉਤਪਤ ਅਧਿਆਇ 2 ਵਿੱਚ ਮਨੁੱਖਾਂ ਦੀ ਰਚਨਾ ਬਾਰੇ ਕਹਾਣੀ ਦੀ ਯਾਦ ਦਿਵਾਉਂਦਾ ਹੈ, ਜਿੱਥੇ ਪਰਮੇਸ਼ਵਰ ਨੇ ਮਨੁੱਖ ਨੂੰ ਮਿੱਟੀ ਅਤੇ ਈਸ਼ਵਰੀ ਸਾਹ ਤੋਂ ਰਚਿਆ ਸੀ। ਇਸਰਾਇਲ ਅਤੇ ਸਾਰੀ ਮਨੁੱਖਤਾ ਨੇ ਬਗਾਵਤ ਕੀਤੀ, ਜਿਸ ਦੇ ਨਤੀਜੇ ਵਜੋਂ ਮੌਤ ਆਈ, ਅਤੇ ਇਸ ਲਈ ਇੱਕੋ ਇੱਕ ਆਸ ਹੈ ਕਿ ਪਰਮੇਸ਼ਵਰ ਰਚਨਾ ਦੇ ਇੱਕ ਨਵੇਂ ਕੰਮ ਨੂੰ ਕਰੇਗਾ ਅਤੇ ਮਨੁੱਖਾਂ ਨੂੰ ਇਸ ਤਰੀਕੇ ਨਾਲ ਨਵੀਂ ਰਚਨਾ ਕਰੇਗਾ ਕਿ ਉਹ ਸੱਚਮੁੱਚ ਪਰਮੇਸ਼ਵਰ ਅਤੇ ਇੱਕ ਦੂਜੇ ਨਾਲ ਪਿਆਰ ਦੇ ਰਿਸ਼ਤੇ ਵਿੱਚ ਰਹਿ ਸਕਣ। ਅਤੇ ਇਸ ਲਈ ਜਦੋਂ ਪਰਮੇਸ਼ਵਰ ਉਸ ਬੁਰਾਈ ਨਾਲ ਨਜਿੱਠਣ ਜਾ ਰਿਹਾ ਹੈ ਜੋ ਉਸ ਦੇ ਲੋਕਾਂ ਦੇ ਦਿਲ ਵਿੱਚ ਹੈ, ਕੁਝ ਸਵਾਲ ਅਜੇ ਵੀ ਅਣਸੁਲਝੇ ਹੋਏ ਹਨ, ਜਿਵੇਂ ਉਸ ਬੁਰਾਈ ਬਾਰੇ ਕੀ ਜੋ ਅਜੇ ਵੀ ਕੌਮਾਂ ਵਿੱਚ ਫੈਲੀ ਹੋਈ ਹੈ, ਅਤੇ ਹੈਕਲ ਵਿੱਚ ਪਰਮੇਸ਼ਵਰ ਦੇ ਨਿਵਾਸ ਸਥਾਨ ਦਾ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ। ਕਿਤਾਬ ਦੇ ਅੰਤਿਮ 2 ਭਾਗ ਇਸ ਬਾਰੇ ਹਨ। ਪਹਿਲਾ ਅਧਿਆਇ 38 ਅਤੇ 39 ਤੇ ਆਉਂਦੇ ਹਾਂ, ਜੋ ਵਾਅਦਾ ਕਰਦੇ ਹਨ ਕਿ ਪਰਮੇਸ਼ਵਰ ਕੌਮਾਂ ਵਿੱਚ ਬੁਰਾਈ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗਾ। ਇਸ ਨੂੰ ਗੋਗ ਸ਼ਾਸਕ ਦੁਆਰਾ ਦਰਸਾਇਆ ਗਿਆ ਹੈ, ਜੋ ਮਗੋਗ ਦੇਸ਼ ਤੋਂ ਸੀ। ਹੁਣ ਇਹ ਨਾਮ ਉਤਪਤ ਦੇ ਅਧਿਆਇ 10 ਤੋਂ ਪ੍ਰਾਚੀਨ ਰਾਜਾਂ ਅਤੇ ਦੇਸ਼ਾਂ ਦੀ ਵੰਸ਼ਾਵਲੀ ਤੋਂ ਲਿਆ ਗਿਆ ਹੈ, ਅਤੇ ਇਹ ਦੂਰ ਦੇ ਅਤੀਤ ਦੀਆਂ ਸ਼ਕਤੀਸ਼ਾਲੀ ਕੌਮਾਂ ਦਾ ਹਵਾਲਾ ਦਿੰਦਾ ਹੈ। ਅਤੇ ਇਸ ਲਈ ਹਿਜ਼ਕੀਏਲ ਇਸ ਪ੍ਰਾਚੀਨ ਬਾਈਬਲ ਦੇ ਨਾਮ ਨੂੰ ਕਿਸੇ ਵੀ ਅਤੇ ਸਾਰੇ ਹਿੰਸਕ ਰਾਜਾਂ ਦੇ ਚਿਤਰਨ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਅਤੇ ਇਸ ਲਈ ਅਸੀਂ ਦੇਖਦੇ ਹਾਂ ਕਿ ਗੋਗ ਉਹਨਾਂ 7 ਕੌਮਾਂ ਨਾਲ ਸੰਧੀ ਕਰਦਾ ਹੈ ਜੋ ਦਿਸ਼ਾ ਸੂਚਕ ਯੰਤਰ ਦੀਆਂ ਚਾਰੇ ਦਿਸ਼ਾਵਾਂ ਤੋਂ ਆਉਂਦੀਆਂ ਹਨ। ਇਹ ਸਪਸ਼ਟ ਰੂਪ ਵਿੱਚ ਇੱਕ ਚਿੱਤਰ ਹੈ ਜੋ ਸਾਰੀਆਂ ਕੌਮਾਂ ਨੂੰ ਦਰਸਾਉਂਦਾ ਹੈ। ਇਹ ਸਾਨੂੰ ਇਹ ਸਮਝਣ ਵਿੱਚ ਵੀ ਮਦਦ ਕਰਦਾ ਹੈ ਕਿ ਹਿਜ਼ਕੀਏਲ ਨੇ ਗੋਗ ਨੂੰ ਚਿੱਤਰਾਂ ਨਾਲ ਕਿਉਂ ਬਿਆਨ ਕੀਤਾ, ਜੋ ਉਸਨੇ ਪਹਿਲਾਂ ਕਿਤਾਬ ਵਿੱਚ ਸੂਰ ਅਤੇ ਮਿਸਰ ਦੇ ਰਾਜੇ ਫਿਰੌਨ ਦਾ ਵਰਣਨ ਕਰਨ ਲਈ ਵਰਤਿਆ ਸੀ। ਹਿਜ਼ਕੀਏਲ ਲਈ ਗੋਗ ਬਾਈਬਲ ਦੇ ਸਭ ਤੋਂ ਭੈੜੇ, ਸਭ ਤੋਂ ਵੱਧ ਹਿੰਸਕ ਲੋਕਾਂ ਦਾ ਇੱਕ ਮਿਸ਼ਰਣ ਹੈ। ਗੋਗ ਪਰਮੇਸ਼ਵਰ ਦੇ ਵਿਰੁੱਧ ਮਨੁੱਖੀ ਬਗਾਵਤ ਦਾ ਮੂਲ ਰੂਪ ਹੈ। ਇਹਨਾਂ ਅਧਿਆਵਾਂ ਵਿੱਚ ਮੂਲ ਕਹਾਣੀ ਇਹ ਹੈ ਕਿ ਗੋਗ ਪਰਮੇਸ਼ਵਰ ਵੱਲੋਂ ਆਪਣੇ ਲੋਕਾਂ ਨੂੰ ਬਹਾਲ ਕਰਨ ਦੀ ਯੋਜਨਾ ਦਾ ਵਿਰੋਧ ਕਰਦਾ ਹੈ
ਅਤੇ ਇਸ ਤਰ੍ਹਾਂ ਜਿਵੇਂ ਕੂਸ਼ ਦੀ ਕਹਾਣੀ ਵਿੱਚ ਫਿਰੌਨ, ਉਵੇਂ ਹੀ ਗੋਗ ਲੋਕਾਂ ਨੂੰ ਤਬਾਹ ਕਰਨ ਲਈ ਆਉਂਦਾ ਹੈ। ਪਰ ਪਰਮੇਸ਼ਵਰ ਗੋਗ ਤੇ ਆਪਣਾ ਨਿਆਂ ਪ੍ਰਗਟ ਕਰਦਾ ਹੈ ਅਤੇ ਇਹ ਦ੍ਰਿਸ਼ਾਂ ਵਿੱਚ ਬਹੁਤ ਹੀ ਹਲਚਲ ਹੈ। ਜੇਕਰ ਤੁਸੀਂ ਉਹਨਾਂ ਨੂੰ ਕਰਮ ਵਿੱਚ ਪੜ੍ਹਦੇ ਹੋ ਤਾਂ ਅਸਲ ਵਿੱਚ ਬਹੁਤ ਵਧੀਆ ਸ਼ਾਬਦਿਕ ਅਰਥ ਨਹੀਂ ਮਿਲਦੇ, ਕਿਉਂਕਿ ਪਹਿਲਾਂ ਗੋਗ ਅਤੇ ਉਸ ਦੀਆਂ ਫੌਜਾਂ ਭੁਚਾਲ ਨਾਲ ਭਸਮ ਹੋ ਜਾਂਦੀਆਂ ਹਨ, ਪਰ ਫਿਰ ਉਹ ਦੋ ਵੱਖ-ਵੱਖ ਸਮੇਂ ਅੱਗ ਦੁਆਰਾ ਭਸਮ ਹੋ ਜਾਂਦੇ ਹਨ ਅਤੇ ਫਿਰ ਉਸ ਤੋਂ ਬਾਅਦ ਪਰਮੇਸ਼ਵਰ ਆਉਂਦਾ ਹੈ ਅਤੇ ਗੋਗ ਅਤੇ ਉਸ ਦੀ ਫੌਜ ਨੂੰ ਮੈਦਾਨ ਵਿੱਚ ਮਾਰਦਾ ਹੈ, ਜਿੱਥੇ ਉਹ ਮਹੀਨਿਆਂ ਤੱਕ ਬਿਨਾਂ ਦਫਨਾਏ ਪਏ ਰਹਿੰਦੇ ਹਨ। ਇਹ ਸਪਸ਼ਟ ਹੈ ਕਿ ਇਹ ਦ੍ਰਿਸ਼ ਪ੍ਰਤੀਕ ਅਤੇ ਰੂਪਕ ਨਾਲ ਭਰਪੂਰ ਹਨ। ਹਿਜ਼ਕੀਏਲ ਨੇ ਆਪਣੀ ਪੂਰੀ ਕਾਵ ਰਚਨਾ ਇੱਥੇ ਇਹ ਵਰਣਨ ਕਰਨ ਲਈ ਕੀਤੀ ਹੈ ਕਿ ਕਿਵੇਂ ਪਰਮੇਸ਼ਵਰ ਆਖਰਕਾਰ ਉਸ ਮਨੁੱਖੀ ਬੁਰਾਈ ਨੂੰ ਖਤਮ ਕਰਨ ਲਈ ਦ੍ਰਿੜ ਹੈ, ਜਿਸ ਨੇ ਉਸ ਦੀ ਦੁਨੀਆ ਨੂੰ ਤਬਾਹ ਕਰ ਦਿੱਤਾ ਹੈ, ਤਾਂ ਜੋ ਉਹ ਇੱਕ ਨਵੀਂ ਸ੍ਰਿਸ਼ਟੀ ਲਈ ਰਾਹ ਪੱਧਰਾ ਕਰ ਸਕੇ। ਅਤੇ ਇਸ ਲਈ ਜਦੋਂ ਕੌਮਾਂ ਵਿੱਚੋਂ ਬੁਰਾਈ ਪੂਰੀ ਤਰ੍ਹਾਂ ਖਤਮ ਹੁੰਦੀ ਹੈ ਤਾਂ ਕਿਤਾਬ ਦਾ ਆਖਰੀ ਭਾਗ ਦੱਸਦਾ ਹੈ ਕਿ ਕਿਵੇਂ ਪਰਮੇਸ਼ਵਰ ਦੀ ਮੌਜੂਦਗੀ ਇੱਕ ਦਿਨ ਸੰਸਾਰ ਵਿੱਚ ਪੁਨਰ ਬਹਾਲੀ ਲਿਆਉਣ ਲਈ ਉਸ ਦੇ ਲੋਕਾਂ ਅਤੇ ਉਸ ਦੀ ਹੈਕਲ ਵਿੱਚ ਵਾਪਸ ਆਉਣ ਵਾਲੀ ਹੈ। ਹੁਣ ਹਿਜ਼ਕੀਏਲ ਨੂੰ ਇੱਕ ਨਵੀਂ ਹੈਕਲ ਅਤੇ ਇੱਕ ਨਵੇਂ ਸ਼ਹਿਰ ਦਾ ਇੱਕ ਲੰਮਾ ਵਿਸਤ੍ਰਿਤ ਦਰਸ਼ਨ ਮਿਲਦਾ ਹੈ। ਉਸ ਨੂੰ ਇੱਕ ਸਵਰਗੀ ਸਫ਼ਰ ਦੌਰਾਨ ਨਵੀਂ ਹੈਕਲ ਦਾ ਆਲਾ-ਦੁਆਲਾ ਵਿਖਾਇਆ ਜਾਂਦਾ ਹੈ ਅਤੇ ਇਹ ਸੁਲੇਮਾਨ ਦੀ ਹੈਕਲ ਨਾਲੋਂ ਵੀ ਬਹੁਤ ਵੱਡਾ ਅਤੇ ਵਧੇਰੇ ਸ਼ਾਨਦਾਰ ਹੈ। ਇੱਥੇ ਇੱਕ ਨਵੀਂ ਜਗਵੇਦੀ, ਨਵੇਂ ਜਾਜਕ, ਆਰਾਧਨਾ ਦੀ ਇੱਕ ਪੂਰੀ ਨਵੀਂ ਪ੍ਰਣਾਲੀ ਹੈ ਅਤੇ ਫਿਰ ਇਸ ਵਿਆਪਕ ਦੌਰੇ ਤੋਂ ਬਾਅਦ ਪਰਮੇਸ਼ਵਰ ਦਾ ਸ਼ਾਨਦਾਰ ਸਿੰਘਾਸਨ ਰੱਥ ਜੋ ਉਸ ਨੇ ਆਪਣੇ ਪਹਿਲੇ ਦਰਸ਼ਨ ਵਿੱਚ ਵੇਖਿਆ ਸੀ ਵਾਪਸ ਆ ਜਾਂਦਾ ਹੈ ਅਤੇ ਇਹ ਨਵੀਂ ਹੈਕਲ ਵਿੱਚ ਦਾਖਲ ਹੁੰਦਾ ਹੈ। ਹੁਣ ਇਹਨਾਂ ਹੈਕਲਾਂ ਦੇ ਦਰਸ਼ਨਾਂ ਦਾ ਅਰਥ ਲੰਮੇ ਸਮੇਂ ਤੋਂ ਬਹਿਸ ਦਾ ਕਾਰਨ ਰਿਹਾ ਹੈ। ਕੁਝ ਮਸੀਹੀ ਅਤੇ ਯਹੂਦੀ ਪਾਠਕ ਮੰਨਦੇ ਹਨ ਕਿ ਇਹ ਦਰਸ਼ਨ ਇੱਕ ਦਿਨ ਅਸਲ ਵਿੱਚ ਪੂਰਾ ਹੋਵੇਗਾ ਅਤੇ ਇਹ ਅਧਿਆਇ ਨਵੀਂ ਹੈਕਲ ਦੀ ਅਸਲ ਰੂਪਰੇਖਾ ਪੇਸ਼ ਕਰਦੇ ਹਨ, ਜੋ ਉਸ ਸਮੇਂ ਬਣੇਗਾ ਜਦੋਂ ਮਸੀਹ ਵਾਪਸ ਆਵੇਗਾ ਅਤੇ ਪਰਮੇਸ਼ਵਰ ਦਾ ਰਾਜ ਸਥਾਪਿਤ ਕਰੇਗਾ। ਪਰ ਹੋਰ ਬਹੁਤ ਸਾਰੇ ਯਹੂਦੀ ਅਤੇ ਮਸੀਹੀ ਪਾਠਕ ਸੋਚਦੇ ਹਨ ਕਿ ਇਹ ਦਰਸ਼ਨ ਹਿਜ਼ਕੀਏਲ ਦੇ ਹੋਰ ਦਰਸ਼ਨਾਂ ਵਾਂਗ ਪ੍ਰਤੀਕਾਂ ਨਾਲ ਭਰਿਆ ਹੋਇਆ ਹੈ ਅਤੇ ਉਹ ਮਸੀਹ ਦੇ ਰਾਜ ਵਿੱਚ ਆਪਣੇ ਲੋਕਾਂ ਕੋਲ ਵਾਪਸ ਆਉਣ ਵਾਲੇ ਪਰਮੇਸ਼ਵਰ ਦੀ ਮੌਜੂਦਗੀ ਦੀ ਅਸਲੀਅਤ ਨੂੰ ਦਰਸਾਉਂਦੇ ਹਨ, ਪਰ ਜ਼ਰੂਰੀ ਨਹੀਂ ਕਿ ਅਸਲ ਰੂਪ ਵਿੱਚ ਹੋਵੇ। ਤੁਸੀਂ ਜੋ ਵੀ ਨਜ਼ਰੀਆ ਰੱਖਦੇ ਹੋ, ਪਰ ਮਹੱਤਵਪੂਰਨ ਗੱਲ ਇਹ ਹੈ ਕਿ ਹਿਜ਼ਕੀਏਲ ਨੇ ਕਦੇ ਵੀ ਸ਼ਹਿਰ ਨੂੰ ਯਰੂਸ਼ਲਮ ਨਹੀਂ ਕਿਹਾ ਅਤੇ ਅਧਿਆਇ 47 ਅਤੇ 48 ਇਹ ਦਰਸਾਉਂਦੇ ਹਨ ਕਿ ਅਜਿਹਾ ਕਿਉਂ ਹੈ। ਹਿਜ਼ਕੀਏਲ ਨੇ ਹੈਕਲ ਦੀ ਦਹਲੀਜ਼ ਅਤੇ ਪੌੜੀਆਂ ਵਿੱਚੋਂ ਇੱਕ ਛੋਟੀ ਜਿਹੀ ਧਾਰਾ ਵਹਿੰਦੀ ਵੇਖੀ ਅਤੇ ਫਿਰ ਇਹ ਤੇਜ਼ੀ ਨਾਲ ਇੱਕ ਵਗਦੀ ਨਦੀ ਬਣ ਜਾਂਦੀ ਹੈ ਅਤੇ ਫਿਰ ਇਹ ਹੈਕਲ ਅਤੇ ਸ਼ਹਿਰ ਤੋਂ ਬਾਹਰ ਉਜਾੜ ਵਿੱਚ ਧਰਤੀ ਦੇ ਸਭ ਤੋਂ ਉਜਾੜ ਸਥਾਨਾਂ ਵਿੱਚੋਂ ਇੱਕ ਮ੍ਰਿਤ ਸਾਗਰ ਘਾਟੀ ਵਿੱਚ ਵਹਿੰਦੀ ਹੈ ਅਤੇ ਉਹ ਨਦੀ ਆਪਣੇ ਪਿੱਛੇ ਰੁੱਖ ਅਤੇ ਜੀਵਨ ਛੱਡਦੀ ਜਾਂਦੀ ਹੈ ਅਤੇ ਫਿਰ ਮ੍ਰਿਤ ਸਾਗਰ ਇੱਕ ਜੀਵਿਤ ਸਮੁੰਦਰ ਵਿੱਚ ਬਦਲ ਜਾਂਦਾ ਹੈ ਜੋ ਪੌਦਿਆਂ ਅਤੇ ਜਾਨਵਰਾਂ ਨਾਲ ਭਰਿਆ ਹੋਇਆ ਹੁੰਦਾ ਹੈ। ਇਹ ਸਾਰੀ ਕਲਪਨਾ ਉਤਪਤ ਦੇ ਅਧਿਆਇ 1 ਅਤੇ 2 ਵਿੱਚ ਅਦਨ ਦੇ ਬਾਗ ਤੋਂ ਆਉਂਦੀ ਹੈ ਅਤੇ ਅਸੀਂ ਵੇਖਦੇ ਹਾਂ ਕਿ ਅਸਲ ਵਿੱਚ ਹਿਜ਼ਕੀਏਲ ਦਾ ਦਰਸ਼ਨ ਕਿੰਨਾ ਮਹੱਤਵਪੂਰਨ ਹੈ। ਪਰਮੇਸ਼ਵਰ ਦੀ ਯੋਜਨਾ ਸਦਾ ਤੋਂ ਸਾਰੀ ਮਨੁੱਖ ਜਾਤੀ ਅਤੇ ਸ੍ਰਿਸ਼ਟੀ ਨੂੰ ਉਸ ਦੀ ਜੀਵਨ ਦੇਣ ਵਾਲੀ ਮੌਜੂਦਗੀ ਵਿੱਚ ਵਾਪਸ ਲਿਆਉਂਦੀ ਰਹੀ ਹੈ ਅਤੇ ਇਸ ਤਰ੍ਹਾਂ ਕਿਤਾਬ ਦਾ ਸਮਾਪਨ ਇਸ ਸ਼ਹਿਰ ਦੇ ਨਾਮ ਨਾਲ ਹੁੰਦਾ ਹੈ, ਯਹੋਵਾ ਉੱਥੇ ਹੈ। ਹਿਜ਼ਕੀਏਲ ਦੇ ਦਰਸ਼ਨ ਇੱਕ ਨਵੇਂ ਭਵਿੱਖ ਦੀ ਆਸ ਨਾਲ ਸਮਾਪਤ ਹੁੰਦੇ ਹਨ। ਨਵੇਂ ਮਨੁੱਖ ਇੱਕ ਨਵੀਂ ਦੁਨੀਆ ਵਿੱਚ ਵੱਸਦੇ ਹਨ ਜੋ ਪਰਮੇਸ਼ਵਰ ਦੀ ਜੀਵਨ ਦੇਣ ਵਾਲੀ ਆਤਮਾ ਦੁਆਰਾ ਸੰਚਾਲਿਤ ਹੈ। ਇਹ ਪਰਮੇਸ਼ਵਰ ਦੇ ਪਿਆਰ ਅਤੇ ਨਿਆਂ ਨਾਲ ਭਰੀ ਹੋਈ ਦੁਨੀਆ ਹੈ ਅਤੇ ਹਿਜ਼ਕੀਏਲ ਦੀ ਕਿਤਾਬ ਇਹੀ ਸਭ ਦੇ ਬਾਰੇ ਹੈ।